ਏਸ਼ੀਆ ਟੀਵੀ ਤੇ ਆਪ ਸਭ ਦਾ ਸਵਾਗਤ ਹੈ ਜੀ ਤੇ ਮੈਂ ਤੁਹਾਡਾ ਹੋਸਟ ਨਰਿੰਦਰਜੀਤ ਸਿੰਘ ਹੀਰ ਪ੍ਰੋਗਰਾਮ ਗੱਲਬਾਤ ਲੈ ਕੇ ਹਾਜ਼ਰ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਮੇਰੇ ਨਾਲ ਸਟੂਡੀਓ ਸ਼ਾਮਲ ਹਨ ਜਸਜੀਤ ਸਿੰਘ ਜੀ ਧਾਮੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਭਾਈ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਦਰਸ਼ਕਾਂ ਨੂੰ ਤੇ ਤੁਹਾਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਠੀਕ ਹੈ ਜੀ ਤੇ ਮੈਰੀ ਕ੍ਰਿਸਮਸ ਜੀ ਸਾਰਿਆਂ ਨੂੰ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਹੋਣ ਜੀ। ਥੈਂਕ ਯੂ ਜੀ। ਤੇ ਧਾਮੀ ਸਾਹਿਬ ਹੁਸ਼ਿਆਰਪੁਰ ਦੇ ਕਿਸਾਨ ਹਰਪ੍ਰੀਤ ਨੇ ਪੰਜਾਬ ਚੰਡੀਗੜ੍ਹ ਤੇ ਦਿੱਲੀ ਦੇ ਭਾਜਪਾ ਪ੍ਰਧਾਨਾਂ ਨੂੰ ਨੋਟਿਸ ਭੇਜਿਆ ਜੀ। ਬਿਲਕੁਲ ਭਾਜੀ, ਇਹ ਗੱਲ ਹੁਣ ਪੂਰੀ ਭਖ ਗਈ ਆ ਕਹਿ ਸਕਦੇ ਆ, ਕਿਉਂਕਿ ਇਹ ਕਿਸਾਨ ਮੁੰਡਾ ਹੈਗਾ ਹੁਸ਼ਿਆਰਪੁਰ ਦਾ। ਹਾਂਜੀ ਹਰਪ੍ਰੀਤ ਸਿੰਘ ਨਡਾਲੋਂ ਪਿੰਡ ਦਾ ਹੈ, ਜ਼ਿਲ੍ਹਾ ਹੁਸ਼ਿਆਰਪੁਰ ਦਾ। ਠੀਕ ਹੈ ਜੀ। ਇਹਦੀ ਫੋਟੋ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਿੱਥੋਂ ਚੱਕੀ, ਬੀਜੇਪੀ ਵਾਲਿਆਂ ਨੇ। ਅੱਛਾ ਜੀ। ਜਿਹੜੀ ਕਿ ਸੋਸ਼ਲ ਮੀਡੀਆ ਤੇ ਵੀ ਪਾਈ ਉਹਨਾਂ ਨੇ ਆਪਣੇ ਪੇਜਾਂ ਤੇ, ਹਾਂਜੀ। ਫਿਰ ਉਹ ਜਿਹੜੇ ਇਸ਼ਤਿਹਾਰ ਲੱਗੇ ਆ ਉਹਨਾਂ ਤੇ ਵੀ। ਲੇਕਿਨ ਉਹ ਚੀਜ਼ ਹੁਣ ਸਾਹਮਣੇ ਇਦਾਂ ਆਈ ਆ ਵੀ ਉਹ ਫੋਟੋ ਚੱਕ ਕੇ ਉਹਨੂੰ ਚੇਂਜ ਕਿੱਦਾਂ ਕੀਤਾ ਗਿਆ। ਉਹਦੇ ਦਾੜੀ ਵਧਾਤੀ ਗਈ ਆ, ਪੱਗ ਹੋਰ ਤਰ੍ਹਾਂ ਸਟਾਈਲ ਬੰਨੀ ਆ। ਠੀਕ ਹੈ ਜੀ। ਪਰ ਉਹ ਹੁਣ ਕਹਿੰਦਾ ਵੀ ਮੈਂ ਨਹੀਂ ਛੱਡੂਗਾ ਇਹਨਾਂ ਨੂੰ। ਉਹਨਾਂ ਨੇ ਪੰਜਾਬ ਦੇ, ਹਾਂਜੀ, ਚੰਡੀਗੜ੍ਹ ਲਾ ਲਓ ਜਾਂ ਆਪਣੇ ਦਿੱਲੀ ਦੇ ਜਿੰਨੇ ਵੀ ਪ੍ਰਧਾਨ ਵਾ, ਹਾਂਜੀ ਹਾਂਜੀ, ਪਾਰਟੀ ਪ੍ਰਧਾਨ ਬਣਾਏ ਹੋਏ ਉਹਨਾਂ ਨੇ, ਉਹਨਾਂ ਸਾਰਿਆਂ ਨੂੰ ਹੀ ਭਾਜੀ ਲਪੇਟਤਾ, ਨੋਟਿਸ ਦੇ ਦਿੱਤਾ। ਲਪੇਟਤਾ ਜੀ, ਜਿੱਦਾਂ ਉਹ ਕਹਿੰਦੇ ਟੇਰਨਾ ਹੁੰਦਾ ਨਾ ਬੀਬੀਆਂ ਟੇਰਦੀਆਂ ਨੇ, ਏਦਾਂ ਟੇਰਿਆ ਫਿਰ ਉਹਨੂੰ। ਠੀਕ ਹੈ। ਉਹ ਕਹਿੰਦਾ ਵੀ ਜੇ ਇਹ 7 ਦਿਨ ਦੇ ਵਿੱਚ ਵਿੱਚ ਨਹੀਂ ਜਵਾਬ ਦਿੰਦੇ, ਹਾਂਜੀ, ਫਿਰ ਮੈਂ ਕਹਿੰਦਾ ਫਿਰ ਇਹਨਾਂ ਨੂੰ ਅਦਾਲਤ ਦੇ ਵਿੱਚ ਲੈ ਜਾਊਗਾ। ਫਿਰ ਠੀਕ ਹੈ, ਆਪਣੇ ਵਕੀਲ ਦੇ ਨਾਲ ਸਲਾਹ ਕਰਕੇ। ਹਾਂਜੀ ਹਾਂਜੀ। ਤੇ ਕੀਤਾ ਦਾ ਧੱਕਾ ਹੀ ਆ ਉਹਨੇ ਵੀ ਕਿਸਮ ਦਾ ਵੀ ਉਸ ਬੰਦੇ ਨੂੰ ਜਿਹੜਾ ਕਿ ਇੱਕ ਸੰਘਰਸ਼ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਆ ਕੇ ਬੈਠਾ ਬੰਦਾ ਅੰਦੋਲਨ ਦੇ ਵਿੱਚ, ਤੇ ਉਹਦੇ ਬਾਰੇ ਉਹਦੀ ਫੋਟੋ ਚੱਕ ਕੇ ਵਾਇਰਲ ਕਰ ਦੇਣੀ ਮਾੜੀ ਗੱਲ ਆ। ਮਤਲਬ ਆਪਣੇ ਹੱਕ 'ਚ ਇਹੀ ਕਹਿ ਸਕਦੇ ਵੀ ਬੰਦੇ ਨੂੰ ਕੱਲ ਨੂੰ ਵਿਚਾਰੇ ਤੇ ਕੋਈ ਤੋਹਮਤ ਲੱਗ ਸਕਦੀ ਸੀ, ਪਤਾ ਨਹੀਂ ਇਹ ਵਿਕ ਗਿਆ ਕਹਿਣਾ ਜਾਂ ਕਿਵੇਂ। ਸਾਡੇ ਲੋਕਾਂ ਦੀ ਤੁਹਾਨੂੰ ਪਤਾ ਹੀ ਆ ਫਿਦਰਤ ਦਾ। ਨਾਲੇ ਜਦੋਂ ਕੋਈ ਵੀ ਗੱਲਬਾਤ ਚੱਲਦੀ ਹੋਵੇ ਤੱਤੀ ਗੱਲ ਹੁੰਦੀ ਹੈ ਨਾ ਜੀ। ਹਾਂਜੀ ਹਾਂਜੀ ਹਾਂਜੀ। ਜਿਹੜਾ ਹਜੂਮ ਆ ਜਾਂ ਕਹ ਲਓ ਵੀ ਜਨਤਾ, ਉਹਦਾ ਮੂਡ ਦਾ ਪਤਾ ਨਹੀਂ ਹੁੰਦਾ ਕਦੋਂ ਕਿੱਧਰ ਨੂੰ ਚੇਂਜ ਹੋ ਜਾਣਾ, ਕਿੱਧਰ ਨੂੰ ਹੋ ਜਾਣਾ। ਰਾਈਟ। ਪਰ ਮੈਂ ਕਹਿੰਦਾ ਹੁਣ ਵਧੀਆ ਕੀਤਾ, ਸਟੈਂਡ ਲਿਆ ਮੁੰਡੇ ਨੇ। ਨਾਲੇ ਆਪ ਦੱਸਿਆ ਜੀ ਉਹਨੇ ਵੀ ਮੈਂ, ਮੇਰੀ ਫੋਟੋ ਇਹ ਕਿੱਥੋਂ ਆ ਗਈ, ਮੈਂ ਤਾਂ ਤੁਹਾਡੇ 'ਚ ਬੈਠਾ। ਇੱਕ ਗੱਲ ਹੋਰ ਸਾਹਮਣੇ ਆ ਰਹੀ ਆ ਆਪਣੇ ਹੀਰ ਸਾਹਿਬ, ਹਾਂਜੀ, ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਨਾ ਪ੍ਰਚਾਰ, ਕੀ ਕੋਈ ਲਿਖਦਾ ਕੀ ਕਰਦਾ, ਇਹਦੇ ਬਾਰੇ ਵੀ ਮੈਨੂੰ ਲੱਗਦਾ ਵੀ ਕੋਈ ਥੋੜਾ ਬਹੁਤਾ ਕਰੂਗੇ, ਰੱਸੀ ਕਸ ਖਿੱਚਣਗੇ ਇਹਦਾ ਵੀ ਕੰਮ। ਹਾਂਜੀ ਬਿਲਕੁਲ ਜੀ। ਦੇਖੋ ਇਹ ਜਿਹੜੀਆਂ ਸਰਕਾਰਾਂ ਨਾ, ਇਹ ਅੰਦਰ ਖਾਤੇ ਜਿੰਨੀਆਂ ਏਜੰਸੀਜ਼ ਹੈਗੀਆਂ, ਕਿ ਉਹਨਾਂ ਨੇ ਵੱਧ ਤੋਂ ਵੱਧ ਜਿਹੜੇ ਕਿਸਾਨ ਅੰਦੋਲਨ ਦੇ ਨਾਲ ਜੁੜੇ ਆ। ਹਾਂਜੀ, ਬੇਸ਼ੱਕ ਉਹ ਵਿਦੇਸ਼ਾਂ 'ਚ ਬੈਠੇ ਆ ਤੇ ਬੇਸ਼ੱਕ ਉਹ ਪੰਜਾਬ 'ਚ ਬੈਠੇ, ਹਿੰਦੁਸਤਾਨ 'ਚ ਬੈਠੇ ਆ। ਕਿਉਂਕਿ ਦੇਖੋ ਹਰ ਬੰਦੇ ਨੂੰ ਦਰਦ ਆ ਪੰਜਾਬ ਦਾ। ਹਾਂਜੀ, ਇੱਥੇ ਅਸੀਂ ਬੈਠੇ ਆ, ਭਾਵੇਂ ਕੋਈ ਜਿਹੜਾ ਮਰਜ਼ੀ ਸਾਡਾ ਭਰਾ ਭੈਣ ਬੈਠੇ ਆ, ਲੇਕਿਨ ਉਹ ਗੱਲ ਫੇਰ ਪੰਜਾਬ ਦੀ ਕਰਦਾ। ਬਿਲਕੁਲ, ਕਿਉਂਕਿ ਪੰਜਾਬ ਦੇ ਨਾਲ ਜੁੜੇ ਆ ਸਾਰੇ, ਹਨਾ, ਜਿੱਦਾਂ ਪਿੱਛੇ ਪਰਿਵਾਰ ਰਹਿੰਦੇ ਆ, ਜ਼ਮੀਨਾਂ ਵੀ, ਸਾਰਾ ਕੁਝ ਆ। ਇਹ ਹੁਣ ਅੰਦੋਲਨ ਦੇ ਵਿੱਚ ਸਰਕਾਰ ਕੋਈ ਨਾ ਕੋਈ ਹੱਥ ਕੰਡੇ ਅਪਣਾਈ ਜਾਂਦੀ ਆ। ਹਾਂਜੀ, ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਵੀ ਸਰਕਾਰ ਕੋਈ ਇਹੋ ਜਿਹਾ ਸਟੈਪ ਵੀ ਪੱਟ ਲਵੇ ਵੀ ਜਿਹਦੇ ਕਰਕੇ ਵੀ ਪਰੇਸ਼ਾਨੀਆਂ ਆ ਸਕਦੀਆਂ। ਮੈਨੂੰ ਲੱਗਦਾ ਹੁਣ ਜਿੱਦਾਂ ਧਾਮੀ ਸਾਹਿਬ, ਮੈਂ ਕੱਲ ਤੁਸੀਂ ਗੱਲ ਕਰਦੇ ਸੀਗੇ ਵੀ ਜਿਹੜੀ ਆੜਤੀਆ ਐਸੋਸੀਏਸ਼ਨ ਆ, ਉਹਨਾਂ ਤੇ ਉਹ ਛਾਪੇ ਪਾਉਣੇ ਸ਼ੁਰੂ ਕਰਤੇ ਜੀ। ਬਿਲਕੁਲ ਜੀ, ਇਨਕਮ ਟੈਕਸ ਵਾਲਿਆਂ ਦੇ ਭਾਜੀ। ਹਾਂ ਬਿਲਕੁਲ, ਉਹਨਾਂ ਦੀਆਂ ਇਨਕੁਆਰੀਆਂ ਖਲਾਤੀਆਂ ਜਾਂ ਕਿੱਦਾਂ ਵੀ ਆ, ਉਹ ਤੰਗ ਕਰ ਪਰੇਸ਼ਾਨ ਕਰਨ ਵਾਲੀ ਗੱਲ ਹੀ ਆ। ਹਾਂ ਬਿਲਕੁਲ ਜੀ ਬਿਲਕੁਲ। ਪਰ ਮੈਂ ਇੱਕ ਚੀਜ਼ ਤੋਂ ਬੜਾ ਹੁਣ ਹੈਰਾਨ ਆ ਵੀ ਉਹਨਾਂ ਨੇ ਫਿਰ ਜਾਣੀ ਕਿ ਦਲੇਰੀ ਦਿਖਾਈ ਆ। ਧਾਮੀ ਸਾਹਿਬ ਗੱਲ ਏਦਾਂ ਹੁੰਦੀ ਵੀ ਜੇ ਉਹ ਕਹਿੰਦੇ ਹੁੰਦੇ ਵੀ ਦਲੇਰੀ ਦਿਖਾਉਣੀ ਉਹਨਾਂ ਦਾ ਫਰਜ਼ ਵੀ ਬਣਦਾ ਜੀ। ਹਾਂਜੀ ਹਾਂਜੀ, ਕਿਉਂਕਿ ਇਹੀ ਕਿਸਾਨ ਹੈ ਜਿਹੜੇ ਉਹਨਾਂ ਦੇ ਕਸਟਮਰ ਆ। ਬਿਲਕੁਲ ਜੀ ਬਿਲਕੁਲ। ਤੇ ਇਹਨਾਂ ਦੇ ਸਿਰ ਤੋਂ ਹੀ ਉਹ ਕਮਾਈ ਕਰਦੇ ਆ, ਖਾਂਦੇ ਆ, ਉਹਨਾਂ ਦਾ ਘਰ ਚੱਲਦਾ। ਬਿਲਕੁਲ ਜੀ। ਤੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਇਹ ਵੀ ਪਤਾ ਜੀ, ਜੇ ਅਸੀਂ ਇਹਨਾਂ ਕਿਸਾਨਾਂ ਨਾਲ ਨਹੀਂ ਖੜੇ ਤੇ ਸਾਨੂੰ ਅੰਬਾਨੀ ਹੋਣਾ ਤਾਂ ਉੱਥੇ ਮਨੀ ਵੀ ਨਹੀਂ ਰੱਖਣਾ ਜੀ। ਬਿਲਕੁਲ, ਇਹ ਤਾਂ ਗੱਲ ਹੈਗੀ ਆ ਜੀ। ਬਾਕੀ ਹੀਰ ਸਾਹਿਬ, ਆਪਾਂ ਨੂੰ ਇੱਕ ਸੁਝਾਅ ਆਇਆ ਸੀ ਵੀ ਜਿਹੜਾ ਤੁਸੀਂ ਐਡਵਰਟਾਈਜ਼ਮੈਂਟ ਦੀ ਗੱਲ ਕਰਦੇ ਲਾਸਟ 'ਚ ਜਾ ਕੇ, ਉਹ ਇੱਕ ਵਾਰੀ ਤੁਸੀਂ ਵਿੱਚ ਵੀ ਬੋਲ ਦਿਆ ਕਰੋ ਥੋੜਾ ਜਿਹਾ, ਤੇ ਕਰੋ ਕਿਰਪਾ ਜੀ। ਹਾਂ ਵੀ ਜਿੱਦਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਜਿਹੜਾ ਕਹਿੰਦੇ ਤੁਸੀਂ ਕਹਿ ਕੇ ਤਾਂ ਤੁਰ ਜਾਂਦੇ ਆ, ਮੈਨੂੰ ਜਾਂ ਤਾਂ ਉਹਨਾਂ ਨੇ ਮਜ਼ਾਕ ਨਾਲ ਗੱਲ ਕਹੀ ਆ ਜਾਂ ਕਿਵੇਂ, ਵੀ ਤੁਸੀਂ ਥੱਲੇ ਸਕਰੋਲ ਤਾਂ ਚਲਾਉਂਦੇ ਆ, ਪਰ ਉਹ ਜਿਹੜੀਆਂ ਐਡਾਂ ਤਾਂ ਚੱਲਦੀਆਂ ਸਾਰਿਆਂ ਨੂੰ ਪਤਾ ਲੱਗਦਾ, ਲੇਕਿਨ ਤੁਸੀਂ ਧੰਨਵਾਦ ਕਰਕੇ ਇੱਕਦਮ ਚੱਲ ਜਾਂਦੇ। ਵੀ ਵਿੱਚ ਵੀ ਬੋਲ ਦਿਆ ਕਰੋ ਵੀ ਐਡਾਂ ਵਾਲਿਆਂ ਬਾਰੇ, ਵੀ ਤੁਹਾਡਾ ਬਹੁਤ ਧੰਨਵਾਦ ਆ। ਠੀਕ ਹੈ ਮਹਾਰਾਜ, ਆਪਾਂ ਜੀ ਮੈਂ ਜ਼ਰੂਰ ਬੋਲਿਆ ਕਰੂੰਗਾ। ਇੱਕ ਖਬਰ ਸਾਂਝੀ ਕਰਨ ਤੋਂ ਬਾਅਦ ਜ਼ਰੂਰ ਨਾਲੇ ਬੋਲ ਦਿਆ ਕਰਾਂਗੇ। ਨਹੀਂ ਨਹੀਂ ਧੰਮ ਸਾਹਿਬ, ਗੱਲ ਏਦਾਂ ਨਾ, ਹੁਣ ਅਸੀਂ ਰੋਜ਼ ਹੀ ਕਰਦੇ ਆ ਜੀ। ਹਾਂ ਰਾਈਟ, ਹੁਣ 2 ਵਾਰੀ ਮਲ ਕਰਦੇ ਕਰਾਂਗੇ, ਕੋਈ ਗੱਲ ਨਹੀਂ। ਬਿਲਕੁਲ, ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਜਿਹੜੇ ਸਾਨੂੰ ਬਿਜ਼ਨਸ ਦਿੰਦੇ ਆ, ਅਸੀਂ ਉਹਨਾਂ ਦੇ ਹਮੇਸ਼ਾ ਰਹਿਣੀ ਆ। ਉਹਨਾਂ ਕਰਕੇ ਅਸੀਂ ਤੁਹਾਡੇ ਸਾਹਮਣੇ ਤੁਹਾਡੇ ਹਾਜ਼ਰ ਹੁੰਦੇ ਜੀ, ਤੁਹਾਡੀ ਕਚਹਿਰੀ 'ਚ। ਬਿਲਕੁਲ ਜੀ। ਤੇ ਧਾਮੀ ਸਾਹਿਬ, ਹੁਣ ਕ੍ਰਿਸਮਸ ਦੀ ਗੱਲ ਕਰਦੇ ਹਾਂ ਜੀ। ਕ੍ਰਿਸਮਸ ਦੁਨੀਆ ਭਰ ਵਿੱਚ ਮਨਾਈ ਜਾ ਰਹੀ ਆ। ਵਿਦੇਸ਼ਾਂ ਵਿੱਚ ਵੀ ਸਿਹਤ ਵਿਭਾਗ ਦੀਆਂ ਜਿਹੜੀਆਂ ਹਦਾਇਤਾਂ ਆ, ਉਹਨਾਂ ਮੁਤਾਬਕ ਹੀ ਮਨਾਉਣ ਦੀ ਜਿਹੜੀ ਗੱਲ ਕਹੀ ਗਈ ਆ। ਬਿਲਕੁਲ ਜੀ ਭਾਜੀ, ਮੈਨੂੰ ਇਹ ਚੀਜ਼ ਦੀ ਸਾਰਿਆਂ ਨੂੰ ਅਸੀਂ ਵਧਾਈ ਵੀ ਦਿੰਦੇ ਆ। ਹਾਂਜੀ, ਵੀ ਕ੍ਰਿਸਮਸ ਸਾਲ ਬਾਅਦ ਆਉਂਦਾ ਤੇ ਹਰ ਪਿਛਲੀ ਵਾਰੀ ਜਿਹੜਾ ਥੋੜਾ ਜਿਹਾ
ਥੋੜਾ ਕੰਟਰੋਲ ਦੇ ਵਿੱਚ ਮਨਾਇਆ ਸੀ, ਇੱਕ ਬਾਹਲੇ ਕੰਟਰੋਲ 'ਚ ਮਨਾਇਆ ਜਾਣਾ, ਥੋੜਾ ਜ਼ਿਆਦਾ ਕੰਟਰੋਲ ਹੋ ਗਿਆ। ਹਾਂ, ਉਹਦੇ ਚੂੜੀ ਜ਼ਿਆਦਾ ਕੱਸੀ ਗਈ ਆ ਕਿਉਂਕਿ ਵੀ ਕਰੋਨਾ ਦੇ ਕੇਸਾਂ ਕਰਕੇ ਜਿੱਦਾਂ। ਹਾਂਜੀ ਬਿਲਕੁਲ ਜੀ। ਤੇ ਮੈਨੂੰ ਲੱਗਦਾ ਵੀ ਬਹੁਤ ਵਧੀਆ ਰਹੂਗਾ ਕ੍ਰਿਸਮਸ ਦਾ ਤਿਉਹਾਰ ਇਸ ਵਾਰੀ ਵੀ, ਹਾਂਜੀ, ਕਿਉਂਕਿ ਥੋੜੀ ਬਹੁਤੀ ਤਾਂ ਢਿੱਲ ਚੱਲ ਜਾਂਦੀ ਆ। ਹਾਂਜੀ, ਜਿੱਦਾਂ ਕੱਲ ਪ੍ਰੀਮੀਅਰ ਸਾਹਿਬ ਨੇ ਵੀ ਕਹਿ ਦਿੱਤਾ ਸੀਗਾ ਹਨਾ ਵੀ ਥੋੜੀ ਜਿਹੀ ਢਿੱਲ, ਵੀ ਜਿਹੜੇ ਇੱਕ ਦੂਜੇ ਦੇ ਨੇੜਤਾ ਰੱਖਦੇ ਆ, ਜਿੱਦਾਂ ਪਤਾ ਇੱਕੋ ਪਰਿਵਾਰ ਦੇ ਮੈਂਬਰ ਆ, ਹਾਂਜੀ ਹਾਂਜੀ, ਵੀ ਉਹਨਾਂ ਨੂੰ ਪਤਾ ਆ ਵੀ ਸਭ ਠੀਕ ਠਾਕ ਆ, ਤੇ ਪਰ ਰੱਛ ਨਾ ਪਾਉਣ ਤੇ ਉਹਦਾ ਰਾਜੀ ਖੁਸ਼ੀ ਇੱਕ ਦੂਜੇ ਨੂੰ ਵਧਾਈਆਂ ਜ਼ਰੂਰ ਦੇ ਲੈਣ। ਬਿਲਕੁਲ ਜੀ। ਇਹ ਸਾਲ ਬਾਅਦ ਤਿਉਹਾਰ ਆਉਂਦਾ ਤੇ ਜਿਹੜਾ ਹੈਗਾ ਆਪਣੇ ਕ੍ਰਿਸਚੀਅਨ ਭਾਈਚਾਰੇ 'ਚ ਬੜੇ ਧੂਮਧਾਮ ਨਾਲ ਜਾਂ ਕਹਿ ਲਓ ਇਹਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ। ਹੀਰ ਸਾਹਿਬ ਸਾਰੇ ਵਰਗ ਹੀ ਮਨਾਉਂਦੇ ਆ, ਮੈਂ ਕਹਿੰਦਾ ਆਪਣੇ ਬੱਚਿਆਂ ਦੇ ਵਿੱਚ ਵੀ, ਸਾਰੀਆਂ ਕਮਿਊਨਿਟੀਆਂ 'ਚ ਵੀ ਸਾਰੇ ਹੀ ਰਲ ਮਿਲ ਕੇ ਮਨਾਉਂਦੇ ਆ, ਕੋਈ ਹੁਣ ਇਦਾਂ ਦਾ ਰਿਹਾ ਨਹੀਂ ਗਿਆ। ਨਹੀਂ ਮਤਲਬ ਚਲੋ ਉਹ ਤਾਂ ਹੈ ਹੀ, ਪਰ ਅਸੀਂ ਫਿਰ ਵੀ ਸੈਕੰਡਰੀ ਦੂਜਾ ਆ ਜਾਂਦਾ ਜੀ। ਜੀ ਭਾਜੀ, ਜਿਹੜੇ ਹੁਣ ਆਪਾਂ ਕਹਿ ਦਿੰਦੇ ਆ, ਜੇ ਆਪਾਂ ਹੁਣ ਕਹੀਏ ਤਾਂ ਮੈਂ ਚਲੋ ਉਦਾਂ ਨਹੀਂ ਕਹਿੰਦਾ, ਮੈਂ ਗੋਰਿਆਂ ਲਈ ਇਹ ਉਹਨਾਂ ਦਾ ਬਿਲਕੁਲ 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 ਤੇ ਮਨਾਉਣਾ ਤਾਂ ਸਾਨੂੰ ਸਾਰੇ ਚਾਹੀਦੇ, ਕਿਉਂਕਿ ਰੱਬ ਦਾ ਜਿਹੜਾ ਹੈਗਾ ਉਹ, ਜੇ ਆਪਾਂ ਹੁਣ ਕ੍ਰਿਸਚੀਅਨ ਦੇਖਦੇ ਆ ਤਾਂ ਜੀ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਕਿਹਾ ਗਿਆ ਜੀ। ਬਿਲਕੁਲ ਜੀ ਬਿਲਕੁਲ। ਤੇ ਹੀਰ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਦਾ ਮੈਸੇਜ ਆਇਆ ਸਾਡੇ ਕੋਲ, ਹਾਂਜੀ, ਤੇ ਆਪਾਂ ਉਹ ਵੀ ਹੁਣ ਸਾਂਝਾ ਕਰ ਲੈਨੇ ਆਪਣੇ ਦਰਸ਼ਕਾਂ ਨਾਲ। ਬਿਲਕੁਲ ਜੀ ਬਿਲਕੁਲ ਜੀ। Hello everyone and Merry Christmas. This has always been a special day for my family. We usually get together to eat too much food, including birthday cake, share laughs and stories, watch cheesy holiday movies, give each other gifts, and most importantly, spend quality time together. This time of year is supposed to be full of joy, light, and family traditions. But this Christmas is different. Families aren't getting together for big dinners, and friends aren't stopping by for cookies and eggnog. This isn't the holiday season we wanted, I know. But here's the thing. Even though this year's Christmas traditions will be different, we can and should give thanks for everything that unites us. Because today is a time to recognize all the good that we have in our lives. It's a time to celebrate Christ's message of compassion and show people that we love them. And that message has never been more important. We can all agree that 2020 has been a tough year. But through it, we've seen Canadians meet these challenging times with generosity, kindness, and hope. We've seen neighbours helping neighbours, kids giving up play dates and birthday parties, businesses retooling to help in the fight against COVID-19, and we've seen our frontline workers put themselves at risk to keep us safe and our families fed. This year, everyone has done their part, because that's who we are. As Canadians, we show up for each other, and that's what Christmas and Canada is all about. My friends, this crisis will end, and as a country, we will come out of it stronger and more united. So today and into the new year, let's continue to stand together. Let's support folks in need in our communities, and let's reach out to our friends and neighbours who may be having a tough time. From our family to yours, Hadrian, Ella Grace, Xavier, Sophie, and I wish you joy, health, and love this holiday season and beyond. Merry Christmas, Canada. ਹੀਰ ਸਾਹਿਬ, ਇਹ ਤੁਸੀਂ ਸਾਰੇ ਜਾਣਦੇ ਹੀ ਆ ਪ੍ਰਧਾਨ ਮੰਤਰੀ ਸਾਹਿਬ, ਕਿਉਂਕਿ ਪਿਛਲੇ ਸਮੇਂ ਤੋਂ ਤਕਰੀਬਨ ਫੈਡਰਲ ਸਰਕਾਰ ਨੇ ਬਹੁਤ ਸਹੂਲਤਾਂ ਦਿੱਤੀਆਂ ਬਿਜ਼ਨਸਮੈਨਾਂ ਲਈ ਵੀ ਤਾਂ ਆਮ ਪਬਲਿਕ ਲਈ ਵੀ। ਬਿਲਕੁਲ ਜੀ, ਠੀਕ ਆ ਜੀ। ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਜਦ ਅਸੀਂ ਵੀ ਰਣੀ ਆ, ਕਿਉਂਕਿ ਜਿਹਨਾਂ ਬੰਦ ਹੋਣ ਕਿਨਾਰੇ ਬਿਜ਼ਨਸ ਆ ਗਿਆ ਸੀ ਤਾਂ ਉਹਨਾਂ ਨੂੰ ਬੂਸਟ ਕੀਤਾ ਜੀ, ਉਹਨਾਂ ਨੂੰ ਮਤਲਬ ਕਹਿ ਲਓ ਵੀ ਆਕਸੀਜਨ ਦਿੱਤੀ, ਤੇ ਅਸੀਂ ਵੀ ਵਧਾਈਆਂ ਦਿੰਦੇ ਆ ਜੀ ਕ੍ਰਿਸਮਸ ਦੇ ਵੀ ਵਧੀਆ, ਕਿਉਂਕਿ ਹੁਣ ਸਨੋ ਪਹਿਲਾਂ ਪੈ ਗਈ ਹੈ, ਚਲੋ ਇੰਨਾ ਵੀ ਕੱਲ ਨੂੰ ਨਹੀਂ ਪੈਣੀ, ਵੀਕਐਂਡ ਤੇ ਜ਼ਰੂਰ ਦੱਸੀ ਹੋਊਗਾ। ਹਾਂਜੀ ਹਾਂਜੀ। ਤੇ ਇਦਾਂ ਹੀ ਆਪਾਂ ਨੂੰ ਅਲਬਰਟਾ ਦੇ ਜਿਹੜੇ ਪ੍ਰੀਮੀਅਰ ਸਾਹਿਬ ਆ, ਜੈਸਨ ਕੈਨੀ ਸਾਹਿਬ, ਉਹਨਾਂ ਦਾ ਵੀ ਇੱਕ ਮੈਸੇਜ ਆਇਆ ਸਾਡੇ ਕੋਲ। ਉਹਨਾਂ ਨੇ ਵੀ ਸਾਰੇ ਕੈਨੇਡਾ ਵਾਸੀਆਂ ਨੂੰ, ਅਲਬਰਟਾ ਵਾਸੀਆਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਭਾਜੀ। ਹਾਂਜੀ, ਤੇ ਉਹ ਵੀ ਆਪਾਂ ਨਾਲ ਹੀ ਸਾਂਝਾ ਕਰ ਲਈਏ। ਬਿਲਕੁਲ ਜੀ। The light shines in the darkness, and the darkness has not overcome it. Those words from Scriptures speak of the light of Christmas, of a child born in a manger as a gift to humanity, and as a message of hope during a time of great darkness. In ancient times, Christmas was celebrated on December 21st, the winter solstice, the longest and darkest night of the year. Since the first Christmas, it has represented the hope of light, dispelling the fear of darkness. You know, we're all going to remember this terrible year of 2020 as one of darkness, a year of real loss, of lives that have been taken, of livelihoods that have been deeply disrupted, of families separated,
a time of fear and uncertainty for so many. And yet, like Christmas, we've been inspired by points of light breaking through the darkness to renew our hope. Albertans have done that by responding to the pandemic in remarkable ways, like reaching out to deliver food for elderly neighbors, to producing free masks, to volunteering at women's shelters, soup kitchens, and so much more. To share these hopeful stories, Alberta created the Northern Lights Award to recognize community groups and individuals who have been lights in the darkness, doing wonderful things to help us get through this terrible time together. Like, for example, the Edmonton West End Seniors Activity Centre, which changed its programs in creative ways to keep seniors active and prevent their isolation. Or the Philippine Bayanihan Association, which came together to deliver hundreds of food hampers to help families who were self-isolating. 13-year-old Owen Plum from Okotoks took the initiative to produce hundreds of protective face shields for emergency workers on 3D printers. Youth at Calgary's Deshmesh Cultural Centre developed the No Hungry Tummies program that has collected and distributed thousands of meals and tons of food for those in need. Jerry McLaughlin of Belmont Sobeys was one of the first business owners in the province to start a golden hour for seniors to shop safely in a fully stocked store. And Meals on Wheels has brought together thousands of volunteers to produce and deliver healthy meals for folks who couldn't leave home, giving true meaning to their motto, feeding body and soul. To these and so many others who have shown the best of Alberta's community spirit, let me say thank you for being true Northern Lights. The brightest lights in this terrible time, of course, have been our frontline healthcare workers, nurses, doctors, orderlies, healthcare aides, therapists, and so many others who have worked around the clock, often in very trying circumstances, to help save lives and to care for the sick. All Albertans are filled with gratitude for your care and your compassion. Last week, we began our first inoculation of Albertans against COVID-19, and this winter we hope to have vaccinated those who are most vulnerable. So just as Christmas celebrates a great light breaking through the darkness, we can now celebrate the fact that the end of this time is in sight. I know that for many who are alone or separated from loved ones, this is going to be an especially difficult Christmas. But please know that staying apart is a small sacrifice to make to help protect the lives of the vulnerable and our healthcare system. And to quote Her Majesty the Queen's speech to the Commonwealth at the beginning of the pandemic, we will meet again. Like this one, the very first Christmas was a quiet and small gathering at a time of darkness, a couple and their newborn bewildered in a manger. And yet for billions of believers around the world, that child was the light that shines in the darkness. And to this day, the darkness has not overcome it. So to all of you who are celebrating in so many different ways, I wish you a joyful celebration of Christmas as we all look forward with confidence and renewed hope to a new year of health and renewal together. ਹੀਰ ਸਾਹਿਬ ਇਹ ਸਨ ਆਪਣੇ ਪ੍ਰੀਮੀਅਰ ਸਾਹਿਬ ਅਲਬਰਟਾ ਦੇ ਜੈਸਨ ਕੈਨੀ ਸਾਹਿਬ ਜਿਨ੍ਹਾਂ ਨੇ ਮੈਸੇਜ ਦਿੱਤਾ ਪਿਛਲੇ ਸਮੇਂ ਤੋਂ ਕੁਝ ਜਿਹੜੀਆਂ ਕੋਵਿਡ ਦੇ ਦੌਰਾਨ ਵਲੰਟੀਅਰ ਸੇਵਾਵਾਂ ਨਿਭਾਈਆਂ ਗਈਆਂ ਉਹ ਵੀ ਉਹਨਾਂ ਨੇ ਸਾਰੀਆਂ ਜਾਨੀ ਕਿ ਐਕਸਪਲੇਨ ਕੀਤੀਆਂ ਸਾਂਝੀਆਂ ਕੀਤੀਆਂ ਹੈ ਨਾ ਜੀ। ਸੋ ਧਾਮੀ ਸਾਹਿਬ ਆਪਣੇ ਇੱਕ ਇੰਗਲੈਂਡ ਦੇ ਵਿੱਚ ਭਾਰਤੀ ਮੂਲ ਦੇ ਹੈਗੇ ਐਮਪੀ ਉਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਵੀ ਜਦੋਂ ਉਹ ਇੰਡੀਆ ਜਾਣ ਜਨਵਰੀ 'ਚ ਤੇ ਕਿਸਾਨਾਂ ਦੇ ਮੁੱਦੇ ਤੇ ਵੀ ਉੱਥੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਜੀ। ਬਿਲਕੁਲ ਜੀ, ਪਿਛਲੇ ਸਮੇਂ ਤੋਂ ਜਿਹੜੇ ਯੂਕੇ ਦੇ ਵਿੱਚ ਪੰਜਾਬੀ ਮੂਲ ਦੇ ਆਪਣੇ ਮੈਂਬਰ ਪਾਰਲੀਮੈਂਟ ਆ ਹਾਂਜੀ ਉਹ ਕਾਫੀ ਭਾਰਤ ਸਰਕਾਰ ਦੇ ਕੇਂਦਰ ਬਿੰਦੂ ਤੇ ਆ। ਠੀਕ ਹੈ, ਕਿਉਂਕਿ ਉਹਨਾਂ ਨੇ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਉਠਾਈ ਹਾਂਜੀ ਵੀ ਜਿਹੜਾ ਕਿਸਾਨਾਂ ਨਾਲ ਧੱਕਾ ਹੋ ਰਿਹਾ ਹਾਂਜੀ ਉਹ ਗਲਤ ਕਰ ਰਹੀ ਆ ਜਿਹੜੀ ਭਾਰਤ ਦੀ ਸਰਕਾਰ ਹਾਂਜੀ। ਹੁਣ ਆਪਾਂ ਗੱਲ ਜੇ ਕਰਦੇ ਆ ਪ੍ਰਧਾਨ ਮੰਤਰੀ ਸਾਹਿਬ ਦੀ, ਤੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਯੂਕੇ ਦੇ ਆ ਉਹਨਾਂ ਨੂੰ ਪੰਜਾਬ ਆਪਣੇ ਭਾਰਤ ਦੇ ਜਿਹੜੇ ਆਪਣੇ ਹੈਗੇ ਆ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੇ ਸੱਦਾ ਪੱਤਰ ਦਿੱਤਾ ਵੀ ਤੁਸੀਂ ਆ ਕੇ ਜਨਵਰੀ ਦੇ ਵਿੱਚ 26 ਜਨਵਰੀ ਨੂੰ ਵੀ ਝੰਡਾ ਲਹਿਰਾਓ। ਠੀਕ ਹੈ ਜੀ, ਠੀਕ ਹੈ ਜੀ। ਹੁਣ ਉਹਨਾਂ ਨੇ ਚਲੋ ਕਬੂਲ ਵੀ ਕਰ ਲਿਆ ਸਾਰਾ ਕੁਝ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਬਣਦਾ ਉਹ ਜਾਂਦੇ ਜਾਂ ਨਹੀਂ, ਇਹ ਤਾਂ ਬਾਅਦ ਦੀ ਗੱਲ ਆ। ਠੀਕ ਹੈ ਜੀ। ਹੁਣ ਇਹ ਤਨ ਮਨ
ਜੀਤ ਸਿੰਘ ਜਿਹੜੇ ਢੇਸੀ ਸਾਹਿਬ ਮੈਂਬਰ ਪਾਰਲੀਮੈਂਟ ਦਸਤਾਰਧਾਰੀ ਆ, ਇਹਨਾਂ ਨੇ ਫਿਰ ਭਾਜੀ ਗੱਲਬਾਤ ਕੀਤੀ ਆ ਵੀ ਜਦੋਂ ਇੱਥੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਾਣਗੇ ਭਾਰਤ ਦੇ ਦੌਰੇ ਤੇ, ਠੀਕ ਹੈ, ਤੇ ਮੈਂ ਉਹਨਾਂ ਦੇ ਕੋਲੇ ਅਪੀਲ ਕਰੂੰਗਾ ਵੀ ਉੱਥੇ ਜਦੋਂ ਨਰਿੰਦਰ ਮੋਦੀ ਨੂੰ ਮਿਲਦੇ ਆ ਤੇ ਉੱਥੇ ਕਿਸਾਨਾਂ ਦੀ ਮੁੱਦੇ ਜਿਹੜਾ ਹਲੇ ਅੰਦੋਲਨ ਚੱਲ ਰਿਹਾ ਆ, ਉਹ ਆਪਣੇ ਹੱਕਾਂ ਲਈ ਲੜ ਰਿਹਾ, ਉਹ ਗੱਲ ਜ਼ਰੂਰ ਕਰਨ। ਠੀਕ ਹੈ। ਵੈਸੇ ਇੱਥੇ ਜਿਹੜਾ ਮੈਂ ਹੁਣ ਦੇਖਿਆ ਭਾਜੀ, ਭਾਵੇਂ ਉਹ ਕੈਨੇਡਾ ਦੀ ਗੱਲ ਕਰ ਲਓ, ਭਾਵੇਂ ਹੋਰ ਸ਼ਹਿਰਾਂ ਦੀ ਕਰ ਲਈਏ, ਜਾਂ ਕਿਸੇ ਵੀ ਕੰਟਰੀ ਦੀ ਆਪਾਂ ਗੱਲ ਕਰ ਲਈਏ, ਤੇ ਉੱਥੇ ਭਾਜੀ ਕੋਈ ਇਹ ਨਹੀਂ ਰਹਿ ਗਿਆ ਵੀ ਪੰਜਾਬੀ ਮੂਲ ਦੀ ਗੱਲ ਰਹਿ ਗਈ ਆ। ਇੱਥੇ ਗੋਰੇ ਵੀ ਸਪੋਰਟ ਕਰਦੇ ਆ, ਬਿਲਕੁਲ ਜੀ, ਕਿਸਾਨੀ ਜਿਹੜੇ ਨਾਲ ਜੁੜੇ ਆ, ਕਿਸਾਨ ਅੰਦੋਲਨ ਨਾਲ, ਹਨਾ, ਉਹ ਇਸ ਚੀਜ਼ ਨੂੰ ਮਹਿਸੂਸ ਕਰਦੇ ਆ ਵੀ ਜਿਹੜੀ ਭਾਰਤ ਦੀ ਸਰਕਾਰ ਆ ਉਹ ਧੱਕਾ ਕਰ ਰਹੀ ਆ ਸਾਰਾ। ਬਿਲਕੁਲ ਜੀ, ਠੀਕ ਹੈ ਨਾ ਜੀ। ਤੇ ਹੁਣ ਇਹਨਾਂ ਨੇ ਵੀ ਚਲੋ ਇੱਥੇ ਆਪਣੇ ਜਿਹੜੇ ਸੀਗੇ ਪੰਜਾਬੀ ਮੂਲ ਦੇ ਆਪਣੇ ਕੈਨੇਡਾ ਦੀ ਫੈਡਰਲ ਸਰਕਾਰ ਦੇ ਵਿੱਚ ਮੈਂਬਰ ਪਾਰਲੀਮੈਂਟ, ਉਹਨਾਂ ਨੇ ਵੀ ਗੱਲ ਇਸ ਬਾਰੇ ਕੀਤੀ ਆ। ਠੀਕ ਹੈ। ਪਿਛਲੇ ਦਿਨੀ ਚਲੋ ਆਪਾਂ ਵੀ ਦੇਖਿਆ, ਸੋਸ਼ਲ ਮੀਡੀਆ ਤੇ ਵੀ ਦੇਖਿਆ ਨਾ, ਤੇ ਬਹੁਤ ਚੰਗੀ ਗੱਲ ਆ, ਕਿਉਂਕਿ ਤੁਹਾਡਾ ਪਿਛੋਕੜ ਉੱਥੇ ਹੀ ਆ। ਹਾਂਜੀ, ਬੇਸ਼ੱਕ ਤੁਸੀਂ ਇੱਥੇ ਆ ਕੇ ਵਸ ਗਏ ਆ, ਤੁਹਾਡੇ ਬੱਚੇ ਇੱਥੇ ਹੈਗੇ ਆ, ਤੁਸੀਂ ਬਹੁਤ ਵਧੀਆ ਪ੍ਰਾਪਤੀਆਂ ਕਰ ਲਈਆਂ, ਪੜ੍ਹ ਵੀ ਲਿਆ, ਨੌਕਰੀਆਂ ਚੰਗੀਆਂ ਮਿਲ ਗਈਆਂ, ਚੰਗਾ ਸਤਿਕਾਰ ਮਿਲ ਗਿਆ, ਲੇਕਿਨ ਪਿਛੋਕੜ ਤਾਂ ਫਿਰ ਆਪਣਾ ਉਹੀ ਆ। ਬਿਲਕੁਲ ਜੀ, ਸਾਨੂੰ ਹੁਣ ਜੇ ਆਪਾਂ ਦੇਖਦੇ ਹਾਂ ਤਾਂ ਸਾਨੂੰ ਹੈ ਤਾਂ ਜਿਹੜੀ ਜੜ੍ਹਾਂ ਤੋਂ ਪਿੱਛੇ ਹੈ ਜੀ। ਬਿਲਕੁਲ ਜੀ, ਬਿਲਕੁਲ। ਇਸ ਕਰਕੇ ਉਹਨਾਂ ਨੇ ਇਹ ਹੁਣ ਫਿਰ ਉਹੀ ਗੱਲ ਦਾ ਮੁੱਦਾ ਉਠਾਇਆ। ਪਿਛਲੇ ਸਮੇਂ ਦੇ ਵਿੱਚ ਕੁਝ ਮੈਂਬਰ ਪਾਰਲੀਮੈਂਟ ਦੀ ਇੱਕ ਲਿਸਟ ਸੀਗੀ, ਹਾਂਜੀ, ਉਹਦੇ ਉੱਤੇ ਹਾਈ ਕਮਿਸ਼ਨ ਯੂਕੇ ਦਾ ਜਿਹੜਾ ਆ, ਉਹਨਾਂ ਨੇ ਵੀ ਕੁਝ ਚੀਜ਼ਾਂ ਦੇ ਉੱਤੇ ਟਿੱਪਣੀ ਕੀਤੀ ਸੀਗੀ। ਠੀਕ ਹੈ। ਕੀਤੀ ਤਾਂ ਭਾਰਤ ਸਰਕਾਰ ਦੇ ਕਹਿਣ ਮੁਤਾਬਕ ਹੀ ਹੋਊਗੀ, ਹਾਂਜੀ ਹਾਂਜੀ, ਲੇਕਿਨ ਉਹ ਚਿੱਠੀ ਸਾਡੇ ਕੋਲ ਵੀ ਆਈ ਸੀ, ਮੈਂ ਦੇਖੀ ਸੀ, ਪਰ ਉਹ ਆਪਾਂ ਚਲੋ ਸਰਕਾਰੀ ਤੌਰ ਤੇ ਨਹੀਂ ਉਹਨੂੰ ਮੈਂਸ਼ਨ ਕਰ ਸਕਦੇ ਜਾਂ ਕਿੱਦਾਂ, ਪਰ ਉਹ ਟਿੱਪਣੀ ਕਰਨੀ ਬਣਦੀ ਹੈ ਵੀ ਆ ਵੀ ਉਹ ਇੱਕ ਕਿਸਮ ਦਾ ਉਹਨਾਂ ਨੂੰ ਜਿੱਦਾਂ ਧਮਕਾਇਆ ਗਿਆ ਜਾਂ ਕਿਵੇਂ ਵੀ, ਹਨਾ, ਜਿੱਦਾਂ ਇੱਕ ਹਿੱਟ ਲਿਸਟ ਨਹੀਂ ਜਾਰੀ ਕੀਤੀ ਜਾਂਦੀ ਵੀ ਆਹ ਬੰਦੇ ਸਾਡੀ ਲਿਸਟ ਦੇ ਉੱਪਰ ਆ। ਉਹਦੇ ਵਿੱਚ ਇਹ ਗੱਲ ਮੇਨ ਜਿਹੜੀ ਦੇਖਣ ਨੂੰ ਮੈਨੂੰ ਲੱਗੀ ਆ ਵੀ ਉਹ ਇਦਾਂ ਲੱਗਾ ਵੀ ਜਿੱਦਾਂ ਵੀ ਤੁਸੀਂ ਸਾਡੇ ਕੰਮ 'ਚ ਦਖਲਅੰਦਾਜ਼ੀ ਨਾ ਦਿਓ। ਹਾਂਜੀ ਹਾਂਜੀ, ਕਿਉਂ ਨਾ ਦੇਣ, ਕਿਉਂਕਿ ਪੰਜਾਬੀਆਂ ਨੇ ਵੋਟਾਂ ਪਾਈਆਂ ਹੁੰਦੀਆਂ, ਜਿਹੜੇ ਪੰਜਾਬੀ ਇੱਥੇ ਸਾਡੇ ਰਹਿੰਦੇ ਆ ਉਹਨਾਂ ਨੇ ਤਾਂ ਕਹਿਣਾ ਹੀ ਆ ਭਾਈ ਆਵਾਜ਼ ਉਠਾਓ ਆਪਣੇ ਵੀ, ਇੱਥੇ ਇਹਨਾਂ ਦੀ ਆਵਾਜ਼ ਜਿਹੜੀ ਉੱਥੇ ਫਿਰ ਤਾਂ ਹੀ ਪਹੁੰਚੂਗੀ। ਨਾਲੇ ਦੇਖੋ ਜੀ, ਜੇ ਹੁਣ ਅਸੀਂ ਆਪਣੀ ਆਵਾਜ਼ ਉਹਨਾਂ ਤੱਕ, ਜਿਹੜੇ ਸਾਡੇ ਅਸੀਂ ਨੁਮਾਇੰਦੇ ਚੁਣੇ ਆ ਉਹਨਾਂ ਤੱਕ ਪਹੁੰਚਾਵਾਂਗੇ, ਉਹ ਸਰਕਾਰ ਤੱਕ ਪਹੁੰਚਾਊਗੇ ਤੇ ਸਰਕਾਰ ਜਿਹੜੀ ਫਿਰ ਗਾਂ ਪਹੁੰਚਾਊ। ਬਿਲਕੁਲ, ਇੱਕ ਪ੍ਰੋਪਰ ਚੈਨਲ ਨਾਲ ਹੀ ਹੁਣ ਕੰਮ ਚੱਲਦਾ ਜੀ। ਬਿਲਕੁਲ ਜੀ, ਬਿਲਕੁਲ ਜੀ ਭਾਜੀ। ਤਾਮੀ ਸਾਹਿਬ, ਹੁਣ ਗੱਲ ਕਰਦੇ ਹਾਂ, ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਜੇ ਸਰਕਾਰ ਕੋਲ ਕੋਈ ਠੋਸ ਪ੍ਰਸਤਾਵ ਹੈਗਾ ਤਾਂ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ ਜੀ। ਬਿਲਕੁਲ ਭਾਜੀ, ਹੁਣ ਉਹਨਾਂ ਨੂੰ ਇੱਕ ਜਿਹੜੀ ਉਹ ਚਿੱਠੀ ਜਿਹੀ ਲਿਖੀ ਸੀ ਤਾਂ ਉਹ ਕਿਸਾਨਾਂ ਨੇ ਕੱਲ ਜਿਹੜਾ ਮੈਂਸ਼ਨ ਕੀਤਾ, ਉਹਨੂੰ ਇੱਕ ਲੈਟਰ ਜਿਹਾ ਕਹਿ ਕੇ ਮੰਨੇ ਆ। ਉਹ ਕਹਿੰਦੇ ਆ ਲੈ ਲੈਟਰ ਜਿਹਾ ਲਿਖ ਕੇ ਭੇਜ ਦਿੰਦੇ ਆ ਵੀ ਸਾਡੇ ਨਾਲ ਗੱਲ ਕਰ ਲਓ। ਹਾਂਜੀ, ਪਰ ਕੀ ਗੱਲ ਕਰੀਏ, ਇਹਦੇ ਉੱਤੇ ਕੀ ਮੁੱਦਾ ਕੀ ਲੈ ਕੇ ਰੱਖਦੇ ਆ? ਸਰ ਗੱਲ ਕਰਨਾ ਇਹ ਗੱਲਾਂ ਜਿਹੜੀਆਂ, ਤੇ ਉਧਰ ਜਿਹੜੇ ਇਹਨਾਂ ਦੇ ਹੈਗੇ ਆ ਨਰਿੰਦਰ ਸਿੰਘ ਤੋਮਰ, ਖੇਤੀਬਾੜੀ ਮੰਤਰੀ ਆ, ਉਹ ਵੀ ਕਹਿ ਦਿੰਦੇ ਆ ਵੀ ਜਿਹੜਾ ਕਿਸੇ ਵੀ ਗੱਲ ਦਾ ਹੱਲ ਆ ਉਹ ਗੱਲ ਕਰਕੇ ਹੀ ਹੋਣਾ, ਬੈਠ ਕੇ ਹੀ ਹੋਣਾ, ਹਨਾ। ਠੀਕ ਹੈ, ਉਹ ਵੀ ਬੈਠ ਕੇ ਕਰ ਲਓ ਗੱਲ, ਜਾਂ ਖੜੇ ਹੋ ਕੇ ਕਰ ਲਓ ਗੱਲ, ਤੇ ਉਹਨਾਂ ਦੇ ਹੱਕ ਦੀ ਕਰ ਲਓ, ਮਤਲਬ ਕੋਈ ਗੱਲ ਸ਼ੁਰੂ ਤਾਂ ਕਰੋ, ਕਿਸਾਨਾਂ ਦੇ ਹੱਕ ਦੀ ਕੋਈ ਗੱਲ ਤਾਂ ਤੋਰੋ ਤੁਸੀਂ। ਤੇ ਉਹ ਕਹਿੰਦੇ ਆ ਵੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਬਿੱਲ ਜਿਹੜੇ ਰੱਦ ਹੋਣੇ ਜ਼ਰੂਰੀ ਆ ਬਸ। ਉਹ ਕਹਿੰਦੇ ਆ ਸੋਧ ਕਰ ਸਕਦੇ ਆ। ਅੱਜ ਦਾ ਇੱਕ ਬਿਆਨ ਆ ਉਹਦਾ, ਆਪਣੇ ਜਿਹੜਾ ਕੇਂਦਰੀ ਮੰਤਰੀ ਹੈਗੇ ਆ ਖੇਤੀਬਾੜੀ ਤੋਮਰ ਸਾਹਿਬ, ਉਹ ਕਹਿੰਦੇ ਪਤਾ ਕੀ ਕਹਿੰਦੇ ਆ, ਉਹ ਕਹਿੰਦੇ ਹਜੇ ਵੀ ਹੋਰ ਕਿਸਾਨੀ ਦੇ ਵਿੱਚ ਨਿਯਮਾਂ ਨੂੰ ਲੈ ਕੇ ਕੁਝ ਹੋਰ ਬਦਲਾਅ ਲਿਆਉਣ ਦੀ ਹੈਗੀ ਆ ਲੋੜ। ਕਹਿੰਦੇ ਮੈਂ ਹਾਲੇ ਮਤਲਬ ਉਹਨਾਂ ਨੂੰ ਕਹਿੰਦੇ ਵੀ ਸਾਹ ਉਹਦਾ ਛੱਡਿਆ, ਹੁਣ ਮਤਲਬ ਬਿਲਕੁਲ ਜਿਹੜਾ ਆਕਸੀਜਨ ਬੰਦ ਕਰਨ ਦੀ ਲੋੜ ਆ। ਸਕੂਟਰ ਦੇ ਵਿੱਚ ਇੱਕ ਬਾਲ ਹੁੰਦਾ ਸੀ, ਹਾਂਜੀ ਹਾਂਜੀ, ਉਹਦੇ ਉੱਤੇ ਤੇਲ ਘਟਾਉਂਦੇ ਵਧਾਉਂਦੇ ਉਹਦੇ ਪੇਜ ਕੱਸਣਾ ਨਾ, ਜਾਨੀ ਇਹਨਾਂ ਨੇ ਮੈਨੂੰ ਲੱਗਦਾ ਉਹ ਪਲਾਸ ਉੱਪਰ ਹੀ ਰੱਖਿਆ ਆ ਵੀ ਜਦੋਂ ਹੁਣ ਇਹ ਮੜ ਜਾ ਅੰਦੋਲਨ ਤੇ ਪ੍ਰਾਪਤੀ ਵੱਲ ਨੂੰ ਜਾਂਦਾ ਕੰਮ, ਤੇ ਉਹਨੂੰ ਚੂੜੀ ਹੋਰ ਕੱਸ ਦਿਓ, ਹੋਰ ਡਰਾ ਦਿਓ ਵੀ ਹੋਰ ਵੀ ਕਰਾਂਗੇ ਅਸੀਂ, ਹਨਾ, ਜਾਂ ਤੇ ਨਹੀਂ ਹੋਰ ਲਟਾਉਣਾ ਹਜੇ ਕੁਛ। ਧਾਮੀ ਸਾਹਿਬ, ਗੱਲ ਏਦਾਂ ਵੀ ਇਹਨਾਂ ਨੂੰ ਜਿੰਨਾ ਚਿਰ ਨਾ ਕਹਿੰਦੇ ਹੁੰਦੇ ਆ ਵੀ ਸ਼ੇਰ ਨੂੰ ਸਵਾ ਸ਼ੇਰ ਨਹੀਂ ਬਣ ਕੇ ਟੱਕਰਦੇ, ਉਹਨਾਂ ਚਿਰ ਕੋਈ ਗੱਲ ਨਹੀਂ ਸੁਣਦਾ। ਟੱਕਰਿਓ ਤਾਂ ਹੁਣ ਸਵਾ ਦੇ, ਮੈਨੂੰ ਲੱਗਦਾ ਸਵਾ ਦੋ ਸ਼ੇਰ ਹੀ ਆ ਇਹ। ਨਹੀਂ, ਮੈਂ ਉਹੀ ਕਹਿਣਾ, ਇਸ ਕਰਕੇ ਹੁਣ ਸਰਕਾਰ ਨੂੰ ਭੱਜਣਾ ਤਾਂ ਭਾਜੀ ਪਈਆਂ, ਇਹ ਚ ਕੋਈ ਸ਼ੱਕ ਨਹੀਂ, ਪਰ ਇਹ ਆ ਵੀ ਉਹ ਕਿਤੇ ਕਹਿੰਦੇ ਆ ਇੱਕ ਜਿੱਦਬਾਜੀ ਵਾਲਾ ਕੰਮ ਕਹਿ ਸਕਦੇ ਆ, ਬਸ ਉਹ ਨਿਆਣੇ ਵਾਲੀ ਜਿੱਦ ਆ, ਹੋਰ ਕੁਛ ਨਹੀਂ। ਪਰ ਇਹ ਆ ਵੀ ਦੇਖੋ, ਉਹ ਕਹਿੰਦੇ ਵੀ ਅਸੀਂ ਗੱਲ ਜ਼ਰੂਰ ਕਰਾਂਗੇ, ਪਰ ਸਾਨੂੰ ਇੱਕ ਤੁਸੀਂ ਏਜੰਡਾ ਦੇ ਦਿਓ, ਜਿਹੜੀ ਸਾਡੀ ਮੰਗ ਆ ਉਹਨੂੰ ਸਵੀਕਾਰ ਕਰੂਗੇ, ਅਸੀਂ ਆ ਕੇ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ। ਹੁਣ ਅੱਜ ਦੇ ਦਿਨ ਤੋਂ ਬਾਅਦ ਦੇਖੋ ਕੀ ਉਹ ਜਿਹੜੀ ਲੈਟਰ ਭੇਜੀ ਆ ਉਹਨਾਂ ਨੇ, ਹਾਂਜੀ, ਤੇ ਉਹਦੇ ਬਾਅਦ ਹੀ ਹੁਣ ਅਗਲਾ ਫੈਸਲਾ ਆਊਗਾ ਜਾਂ ਕਿੱਦਾਂ ਹੋਊਗਾ, ਦੇਖੋ। ਠੀਕ ਹੈ ਭਾਜੀ ਜੀ। ਤੇ ਭਾਜੀ ਹੁਣ ਗੱਲ ਕਰਦੇ ਆਪਾਂ, ਧਾਮੀ ਸਾਹਿਬ, ਜਗਦੀਪ ਸੋਤਾ ਜਿਹੜੇ ਆਪਣੇ ਸਕਾਈਵੀ ਤੋਂ ਕਲਗੀ ਤੋਂ MP ਹੈ ਜੀ, ਉਹਨਾਂ ਨੇ ਵੀ ਇੱਕ ਮੈਸੇਜ ਭੇਜਿਆ ਜੀ। ਬਿਲਕੁਲ ਜੀ, ਕ੍ਰਿਸਮਸ ਦੇ ਅੱਜ ਜਿਹੜਾ ਦਿਨ ਆਪਣਾ ਹੈਗਾ ਕੱਲ੍ਹ ਨੂੰ ਜੀ, ਠੀਕ ਹੈ, ਉਹਦੇ ਤੇ ਉਹਨਾਂ ਨੇ ਇੱਕ ਸਾਨੂੰ ਮੈਸੇਜ ਭੇਜਿਆ। ਪਹਿਲਾਂ ਵੀ ਭਾਜੀ ਆਪਾਂ ਪਿਛਲੇ ਹਫ਼ਤੇ ਗੱਲਬਾਤ ਸਾਂਝੀ ਕੀਤੀ ਸੀ ਉਹਨਾਂ ਦੀ, ਵੀ ਸਮਾਲ ਬਿਜ਼ਨਸ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਸੀ, ਵੀ ਸਮਾਲ ਬਿਜ਼ਨਸ ਦੀ ਗੱਲ ਕਰਦਿਆਂ ਉਹਨੇ ਕਿਹਾ ਸੀ ਵੀ ਲੋਕਲ ਜਿਹੜੇ ਬਿਜ਼ਨਸ ਆ
ਆਪਾਂ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੀਏ। ਬਿਲਕੁਲ ਜੀ, ਕਿਉਂਕਿ ਇਸ ਲਈ ਜਿਹੜੇ ਹਾਲਾਤ ਵਾ ਜਾਂ ਇਕੋਨਮੀ ਆ ਉਹ ਲੋਕਲ ਬਿਜ਼ਨਸ ਦੇ ਉੱਤੇ ਸਿਰ ਤੇ ਰਹਿ ਗਈ ਆ। ਜੇ ਆਪਾਂ ਉਹਨਾਂ ਦੀ ਮਦਦ ਕਰਾਂਗੇ, ਉਹ ਬੂਸਟ ਹੋਣਗੇ ਤਾਂ ਇਕੋਨਮੀ ਨੂੰ ਆਟੋਮੈਟਿਕਲੀ ਫਰਕ ਪਊਗਾ। ਬਿਲਕੁਲ ਜੀ, ਸਾਨੂੰ ਲੋਕਲ ਬਿਜ਼ਨਸ ਜਿਹੜੇ ਆ ਉਹਨਾਂ ਨੂੰ ਪ੍ਰਮੋਟ ਤੇ ਸਪੋਰਟ ਕਰਨਾ ਚਾਹੀਦਾ। ਇਹ ਅਸੀਂ ਵੀ ਕਹਿੰਦੇ ਆ, ਜ਼ਰੂਰੀ ਨਹੀਂ ਵੀ ਅਸੀਂ ਤੁਹਾਡੀ ਐਡ ਹੀ ਪਾਉਣੀ ਆ ਤਾਂ ਅਸੀਂ ਤਾਂ ਹੀ ਤੁਹਾਡੀ ਕੋਈ ਸਪੋਰਟ ਕਰ ਸਕਦੇ ਆ। ਜੇ ਤੁਹਾਡੇ ਅਸੀਂ ਕੋਈ ਕੰਮ ਆ ਸਕਦੇ ਆ, ਅਸੀਂ ਤੁਹਾਡੀ ਕੋਈ ਸਪੋਰਟ ਕਰ ਸਕਦੇ, ਅਸੀਂ ਵੀ ਕਰਾਂਗੇ। ਬਿਲਕੁਲ ਜੀ, ਬਿਲਕੁਲ, ਠੀਕ ਹੈ ਨਾ, ਕਿਉਂਕਿ ਹਮੇਸ਼ਾ ਤੁਸੀਂ ਸਾਰਿਆਂ ਦੇ ਨਾਲ ਖੜਦੇ ਆ ਬਿਜ਼ਨਸਮੈਨ। ਜੇ ਤੁਹਾਨੂੰ ਕਿ ਸਾਡੇ ਵੱਲੋਂ ਲੋੜ ਪੈਂਦੀ ਆ, ਤੁਸੀਂ ਚਾਹੁੰਦੇ ਆ ਵੀ ਅਸੀਂ ਤੁਹਾਡੀ ਐਡ ਚਲਾ ਦਿੰਦੇ ਆ, ਉੱਦਾਂ ਹੀ ਚਲਾ ਦਾਂਗੇ। ਸਾਨੂੰ ਤੁਸੀਂ ਦੱਸ ਦੇਣਾ ਵੀ ਸਾਡਾ ਕੰਮ ਥੋੜਾ ਸਲੋ ਆ, ਵੀ ਅਸੀਂ ਨਹੀਂ ਕਰ ਸਕਦੇ। ਬਿਲਕੁਲ ਜੀ, ਬਿਲਕੁਲ। ਨਾਲੇ ਇਦਾਂ ਹੁੰਦੀ ਰਲ ਮਿਲ ਕੇ ਜੀ, ਇਹ ਤਾਂ ਇੱਕ ਦੂਜੇ ਦਾ ਟਾਈਮ ਟੂ ਟਾਈਮ ਜਿਹੜਾ ਦੇਖਣਾ ਪੈਂਦਾ ਜੀ। ਬਿਲਕੁਲ ਭਾਜੀ, ਕਿਉਂਕਿ ਮੈਨੂੰ ਇਹ ਆ ਵੀ ਇਸ ਲਈ ਜਿਹੜੀ ਲੋੜ ਆ, ਇੱਕ ਦੂਜੇ ਦੀ ਬਹੁਤ ਲੋੜ ਆ। ਹਾਂਜੀ ਬਿਲਕੁਲ ਜੀ, ਇੱਕ ਦੂਜੇ ਦਾ ਬਾਹ ਫੜ ਕੇ ਮਤਲਬ ਸਹਾਰਾ ਦੇਣ ਦੀ ਇੱਕ ਦੂਜੇ ਨੂੰ। ਨਵਾਂ ਸਾਲ ਤੁਹਾਡੇ ਸਾਰਿਆਂ ਲਈ ਵਧੀਆ ਆਵੇ। ਬਿਲਕੁਲ, ਤੁਸੀਂ ਤਰੱਕੀਆਂ ਵੀ ਕਰੋ, ਤੁਹਾਡੇ ਬਿਜ਼ਨਸ ਵੀ ਵਧਦੇ ਹੋਣ। ਹਾਂਜੀ ਹਾਂਜੀ। ਲੇਕਿਨ ਮੈਨੂੰ ਇਸ ਚੀਜ਼ ਦੀ ਖੁਸ਼ੀ ਵੀ ਆ ਵੀ ਸਾਡੀ ਕਮਿਊਨਿਟੀ ਇੱਕ ਦੂਜੇ ਦੇ ਨਾਲ ਖੜਦੀ ਆ, ਸਪੋਰਟ ਕਰਦੀ ਆ। ਬਿਲਕੁਲ ਜੀ, ਕੋਈ ਸ਼ੱਕ ਨਹੀਂ। ਉਹ ਮੈਸੇਜ ਆਪਾਂ ਹੁਣ ਕਰ ਲਈਏ ਸਾਂਝਾ ਭਾਜੀ। ਹਾਂਜੀ ਜੀ। ਏਸ਼ੀਆ ਟੀਵੀ ਦੇਖ ਰਹੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਮੈਂ ਜੈਗ ਸਹੋਰਾ, ਮੈਂਬਰ ਆਫ ਪਾਰਲੀਮੈਂਟ ਫॉर ਕੈਲਗਰੀ ਸਕਾਈ ਵਿਊ, ਆਪ ਸਾਰਿਆਂ ਨੂੰ ਕ੍ਰਿਸਮਸ ਦੀਆਂ, ਹੌਲੀਡੇ ਸੀਜ਼ਨ ਦੀਆਂ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੀ ਹਾਂ। ਤੇ ਆਪਾਂ ਹੁਣ ਸਾਰੇ ਰਲ ਕੇ ਇਹ ਅਰਦਾਸ ਕਰੀਏ ਕਿ ਜਿਹੜਾ ਆਪਣਾ ਨਵਾਂ ਸਾਲ 2021 ਆ ਰਿਹਾ ਆ, ਉਹਦੇ ਵਿੱਚ ਆਪਾਂ ਨੂੰ ਪਰਮਾਤਮਾ ਖੁਸ਼ੀਆਂ ਐਂਡ ਤੰਦਰੁਸਤੀ ਬਖਸ਼ੇ। I would like to wish everybody a Merry Christmas and happy holidays and a very happy New Year. ਸਤਿ ਸ੍ਰੀ ਅਕਾਲ। ਇਹ ਸਨ ਜੀ ਜਗਦੀਪ ਜੈਕ ਸਹੋਤਾ, ਮੈਂਬਰ ਪਾਰਲੀਮੈਂਟ ਕੈਲਗਰੀ ਸਕਾਈ ਵਿਊ ਤੋਂ। ਠੀਕ ਹੈ, ਜਿਨ੍ਹਾਂ ਨੇ ਇਹ ਆਪਣਾ ਮੈਸੇਜ ਕ੍ਰਿਸਮਸ ਦਾ ਤੇ ਹੌਲੀਡੇਜ਼ ਦਾ ਤੇ ਨਵੇਂ ਸਾਲ ਦਾ ਸਾਂਝਾ ਕੀਤਾ। ਠੀਕ ਹੈ ਜੀ, ਤੇ ਸਾਡੇ ਵੱਲੋਂ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਹਾਂਜੀ ਬਿਲਕੁਲ, ਠੀਕ ਹੈ ਨਾ ਜੀ। ਬਿਲਕੁਲ। ਤੇ ਹੁਣ ਆਪਾਂ ਵੱਧਦੇ ਹਾਂ ਅਗਲੀ ਖਬਰ। ਹਾਂਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਾਈਵ ਹੋ ਕੇ ਕਿਹਾ ਜੀ ਕਰੋਨਾ ਬਾਰੇ ਜਾਣਕਾਰੀ ਦਿੱਤੀ ਹੈ ਜੀ, ਕੀ ਕਿਹਾ? ਬਿਲਕੁਲ ਭਾਜੀ, ਮੈਂ ਉਸ ਚੀਜ਼ ਦੇ ਵਿੱਚ ਦੇਖਿਆ, ਉਹ ਕਹਿੰਦਾ ਵੀ ਕਾਫੀ ਕੰਟਰੋਲ ਕਰ ਲਿਆ ਸੀ। ਠੀਕ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਰਾਂਗੇ। ਹਾਂਜੀ, ਲੇਕਿਨ ਉਹ ਅਸੀਂ ਇਕੱਠੇ ਹੋ ਕੇ ਕਰ ਸਕਦੇ ਹਾਂ, ਇਕੱਲੇ ਨਹੀਂ ਕਰ ਸਕਦੇ। ਬਿਲਕੁਲ ਵੀ ਇੱਕ ਦੂਜੇ ਦੀ ਸਪੋਰਟ ਦੇ ਨਾਲ, ਸਹਿਯੋਗ ਦੇ ਨਾਲ ਹੀ ਇਹ ਜਿਹੜੇ ਕੰਮ ਸਿਰੇ ਚੜ੍ਹਦੇ ਆ। ਹਾਂਜੀ। ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਜਿਹੜੀ ਮੌਤਾਂ ਦੀ ਗਿਣਤੀ ਆ ਉਹ ਬਿਲਕੁਲ ਘਟ ਗਈ ਆ ਤੇ ਆਉਣ ਵਾਲੇ ਦਿਨਾਂ 'ਚ ਬਿਲਕੁਲ ਬੰਦ ਹੋਣੀ ਚਾਹੀਦੀ ਆ। ਇਸ ਹਿਸਾਬ ਨਾਲ ਵੀ ਸਪੋਰਟ ਦੀ ਲੋੜ ਆ। ਹਾਂਜੀ, ਸਰਕਾਰ ਤਾਂ ਹੀ ਕੁਝ ਕਰ ਸਕਦੀ ਆ ਜੇ ਸਰਕਾਰ ਨੂੰ ਪਬਲਿਕ ਦੀ ਸਪੋਰਟ ਹੋਵੇ। ਬਿਲਕੁਲ ਜੀ, ਕਿਸੇ ਵੀ ਮਸਲੇ ਦਾ ਹੱਲ ਆ ਉਹ ਆਪਾਂ ਇਕੱਠੇ ਹੋ ਕੇ ਤਾਂ ਕਰ ਸਕਦੇ ਹਾਂ। ਹਾਂਜੀ, ਇਕੱਲਾ ਬੰਦਾ ਨਹੀਂ ਕਰ ਸਕਦਾ। ਇੱਕ ਉਹ ਜਿਹੜੀ ਮੈਡੀਸਨ ਆਈ ਆ ਹੁਣ, ਹਾਂਜੀ, ਉਹਦੀ ਗੱਲ ਕਰਦੇ ਸੀਗੇ। ਉਹ ਕਹਿੰਦੇ ਸੀਗੇ ਵੀ ਆ ਗਈ ਆ, ਹਾਂਜੀ, ਲੇਕਿਨ ਜਿਹੜੀ ਕੇਂਦਰ ਸਰਕਾਰ ਨੇ ਪਾਲਿਸੀ ਬਣਾਈ ਆ ਵੀ ਪਹਿਲਾਂ ਬਜ਼ੁਰਗਾਂ ਦੇ ਲਾਈ ਜਾਊਗੀ ਜਾਂ ਫਰੰਟ ਲੇਨ ਵਾਲਿਆਂ ਦੇ ਵੀ ਇੰਜੈਕਸ਼ਨ ਵਗੈਰਾ ਚੱਲਣੇ ਆ, ਦਵਾਈ, ਹਨਾ। ਵੀ ਉਸ ਤੋਂ ਬਾਅਦ ਜੇ ਉਹ ਹੋਰ ਬਦਲਾਅ ਲਿਆਉਂਦੇ ਆ, ਪਰ ਸਾਡੀ ਤੇ ਇਹ ਆ ਵੀ ਜਿਹਨੂੰ ਜ਼ਰੂਰਤ ਆ ਉਹਨੂੰ ਪਹਿਲਾਂ ਦਿੱਤੀ ਜਾਵੇ ਦਵਾਈ। ਜਿਹੜਾ ਕਰੋਨਾ ਪੀਰੀਅਡ ਤੇ ਜੀ ਉਹਨਾਂ ਨੂੰ ਪਹਿਲਾਂ। ਹਾਂ ਬਿਲਕੁਲ ਜੀ। ਤੇ ਜਿਹੜਾ ਭਾਜੀ ਉਹਨੇ ਲਾਈਵ ਹੋ ਕੇ ਮੈਸੇਜ ਸਾਂਝਾ ਕੀਤਾ, ਆਪਾਂ ਉਹ ਵੀ ਆਪਣੇ ਦਰਸ਼ਕਾਂ ਨਾਲ ਸਾਂਝਾ ਕਰ ਲੈਂਦੇ ਹਾਂ। ਠੀਕ ਹੈ ਜੀ। पिछले कुछ दिनों में दिल्ली में कोरोना की स्थिति में काफ़ी सुधार हुआ है। संक्रमण दर 1% से भी कम हो गई है। डेली जो मौत होती थी उसमें काफ़ी कमी आई है। हमें और भी कम करना है इन मौतों को। रिकवरी रेट भी काफ़ी सुधार हुआ है। रिकवरी रेट काफ़ी ज़्यादा बढ़ गया है। जो लोग बीमार हो रहे थे वो अब ठीक हो के घर जा रहे हैं। लेकिन सब लोगों की नज़र अब वैक्सीन की तरफ है कि कब वैक्सीन आएगी और कब सब लोगों को कोरोना से मुक्ति मिलेगी। हमने दिल्ली सरकार में वैक्सीन, अपने दिल्ली के लोगों को वैक्सीन देने के लिए पूरा इंतजाम कर लिया है। दिल्ली सरकार पूरी तरह से तैयार है केंद्र सरकार से वैक्सीन रिसीव करने के लिए, वैक्सीन को स्टोर करने के लिए और लोगों को वैक्सीन लगाने के लिए। केंद्र सरकार ने 3 किस्म के प्रायोरिटी लोगों को लिस्ट बनाई है कि सबसे पहले इन्हें दिया जाएगा वैक्सीन, क्योंकि वैक्सीन आएगा एकदम से, उसकी प्रोडक्शन तो इतनी ज़्यादा प्रोडक्शन नहीं हो सकती कि सारे देश को एक साथ दिया जा सके, उतनी कैपेसिटी भी नहीं होगी। तो प्रायोरिटी एरिया, 3 किस्म के प्रायोरिटी एरिया बनाए गए हैं कि पहले इन लोगों को दिया जाएगा। उसमें है सबसे बड़ा प्रायोरिटी एरिया हेल्थ केयर वर्कर, हमारे डॉक्टर्स, हमारे नर्सेज, पैरामेडिकल स्टाफ, ये जितने लोग हैं हेल्थ केयर वर्कर्स जो हैं, उन लोगों को सबसे पहले दिया जाएगा। दिल्ली में
लगभग ऐसा एस्टीमेट है कि 3 लाख के करीब हेल्थ केयर वर्कर्स हैं। दूसरा है फ्रंटलाइन वर्कर्स। फ्रंटलाइन वर्कर्स हैं जैसे पुलिस वाले हैं, जैसे सिविल डिफेंस वॉलंटियर्स हैं, जैसे म्युनिसिपल वर्कर्स हैं। इस किस्म के लोगों को फ्रंटलाइन वर्कर्स बोला जाता है। दिल्ली में उम्मीद है ऐसे लोगों की संख्या लगभग 6 लाख है। और तीसरी कैटेगरी है वो लोग जो कि 50 साल से ज़्यादा उम्र के हैं, या अगर 50 साल से कम उम्र के हैं तो उनको किसी किस्म की कोमॉर्बिडिटी है कि 50 साल से उम्र तो कम है लेकिन डायबिटीज़ है या हार्ट की बीमारी है या कोई और ऐसी बीमारी है जिसमें कोरोना कई बार जानलेवा हो जाता है। ऐसे लोगों की संख्या दिल्ली में लगभग 42 लाख है। तो 42 लाख और 6 लाख 48 लाख और 3 लाख हेल्थ केयर वर्कर्स, 51 लाख लोग दिल्ली में हमारे प्रायोरिटी कैटेगरी में आते हैं। वो प्रायोरिटी कैटेगरी जो केंद्र सरकार ने डिफाइन की है। इन सब लोगों को चिन्हित लगभग कर लिया गया है। जो थोड़ा बहुत काम बचा है मुझे उम्मीद है कि अगले 1 हफ्ते के अंदर पूरा हो जाएगा। एक आदमी को 2 डोज लगेंगी, तो 51 लाख लोग मतलब 1 करोड़ 2 लाख डोज की जरूरत पड़ेगी पहले फेज में इन प्रायोरिटी लोगों को वैक्सीन देने के लिए। हमारे पास अभी 74 लाख डोज स्टोर करने की कैपेसिटी है, कोल्ड स्टोर की कैपेसिटी है। लेकिन इसको बहुत जल्द अगले 5-7 दिन के अंदर, सारा काम बड़ी तेजी से चल रहा है, अगले 5-7 दिन के अंदर मैक्सिमम 1 हफ्ते के अंदर ये कैपेसिटी हमारी बढ़ के 1 करोड़ 15 लाख डोज स्टोर करने की कैपेसिटी हो जाएगी। तो एक तरह से हमें प्रायोरिटी लोगों को वैक्सीन देने के लिए 1 करोड़ 2 लाख डोजेस की जरूरत है और हमारे पास कुछ दिन में ही 1 करोड़ 15 लाख वैक्सीन स्टोर करने की कैपेसिटी हो जाएगी। तो हमारी वैक्सीन स्टोर करने की कैपेसिटी पूरी हो जाएगी। इन सब लोगों का रजिस्ट्रेशन किया जा रहा है, जिन जिन लोगों को जो कैटेगरी, जो प्रायोरिटी कैटेगरी है। तो जब वैक्सीन आएगी तो जिन लोगों का रजिस्ट्रेशन है उन्हीं को वैक्सीन सबसे पहले मिलेगी। तो जिन जिन लोगों का रजिस्ट्रेशन है उन लोगों को SMS के जरिए या अन्य तरीके से बता दिया जाएगा कि आपको इस दिन यहाँ पे पहुंचना है अपनी वैक्सीन लगाने के लिए। तो आपको चिंता करने की जरूरत नहीं है, सरकार आपको इसके बारे में सूचित करेगी। दिल्ली के अंदर वैक्सीन देने के लिए जितनी भी साइट्स की जरूरत पड़ेगी, जितनी भी लोकेशंस की जरूरत पड़ेगी, वो भी सारी तैयारी की जा रही है और सफिशिएंट लोकेशंस हैं, उसकी चिंता करने की जरूरत नहीं है। जितनी मैन पावर की, जैसे एक लोकेशन के ऊपर 5 लोगों की टीम बनेगी, तो जितनी भी टीम्स की जरूरत पड़ेगी उन सारी टीम्स को चिन्हित कर लिया गया है, उन सारे ऑफिसर्स को, कर्मचारियों को चिन्हित कर लिया गया है, उन सबकी ट्रेनिंग करवाई जा चुकी है। तो एक तरह से सारी तैयारियां कंप्लीट की जा चुकी हैं। और मान लीजिए खुदा ना करे किसी को वैक्सीन देने के बाद अगर कोई गलत इफेक्ट आ जाता है, अगर कोई उसको साइड इफेक्ट हो जाता है, कुछ गलत हो जाता है, तो उसको तुरंत उसका इलाज करने का भी सारी व्यवस्था कर ली गई है। उसके लिए जो स्पेशलिस्ट्स की जरूरत है, जो डॉक्टर्स की जरूरत है, उसकी भी सारी व्यवस्था कर ली गई है कि उसको तुरंत उसके लिए उसका इलाज किया जा सके, उसको तुरंत उसका ट्रीटमेंट दिया जा सके। तो अब हम सब लोग बड़े बेसब्री से इंतजार कर रहे हैं कि जल्द ही वैक्सीन्स को हमारे देश में भी अप्रूवल मिलेगा। और जैसे ही अप्रूवल मिल जाता है तो दिल्ली को जैसे ही वैक्सीन मिलेंगे, हम जल्द से जल्द सबसे पहले इन प्रायोरिटी ग्रुप्स को हम वैक्सीन देने के लिए पूरी तरीके से तैयार हैं। नमस्कार। हाँ जी, ही ਸਾਹਿਬ, ਇਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੀਗੇ। ਠੀਕ ਹੈ ਜੀ। ਜਿਨ੍ਹਾਂ ਦਾ ਮੈਸੇਜ ਕਾਫੀ ਵਧੀਆ ਤੇ ਲੰਬਾ ਸੀਗਾ। ਹਾਂਜੀ, ਯਾਨੀ ਪੂਰਾ ਅਸੀਂ ਆਪਾਂ ਕਲੀਅਰ ਕਰ ਦਿੱਤਾ ਵੀ ਭਾਈ ਉਹ ਕਹਿੰਦੇ ਆ
ਬਈ ਕਰੋਨੇ ਤੇ ਕੰਟਰੋਲ ਕਰ ਲਿਆ ਗਿਆ, ਮੌਤਾਂ ਦੀ ਗਿਣਤੀ ਘਟਾ ਰਹੇ ਆ, ਲੇਕਿਨ ਚੰਗੀ ਗੱਲ ਆ, ਬਹੁਤ ਖੁਸ਼ੀ ਦੀ ਗੱਲ ਆ। ਬਿਲਕੁਲ ਜੀ ਬਿਲਕੁਲ, ਠੀਕ ਆ ਜੀ, ਸਾਨੂੰ ਵੀ ਇੱਥੇ ਕਰਨ ਦੀ ਲੋੜ ਹੈ ਤੁਹਾਨੂੰ। ਹਾਂ ਸਾਨੂੰ ਵੀ ਲੋੜ ਆ, ਇੱਥੇ ਸਾਡੀ ਮੌਤਾਂ ਦੀ ਗਿਣਤੀ ਕਾਫੀ ਵੱਧ ਰਹੀ ਆ, ਤੇ ਆਪਾਂ ਵੀ ਬੇਨਤੀ ਕਰਨੀ ਆ ਵੀ ਕੱਲ ਨੂੰ ਕ੍ਰਿਸਮਸ ਆ। ਹਾਂਜੀ ਠੀਕ ਆ ਜੀ, ਜਰੂਰ ਆਪਣਾ ਇੰਜੋਏ ਕਰੋ। ਹਾਂਜੀ, ਘਰ ਦੇ ਵਿੱਚ ਪਾਰਟੀਆਂ ਚਲਾਓ ਆਪਣੀਆਂ, ਪਰ ਘਰ ਦੇ ਮੈਂਬਰਾਂ ਨਾਲ ਹੀ, ਘਰ ਦੇ ਮੈਂਬਰ ਨਾਲ ਮਿਲ ਕੇ ਬੈਠੋ। ਹਾਂ, ਕਿਉਂਕਿ ਜੋ ਟਿਕਟਾਂ ਟੁਕਟਾਂ ਦਾ ਕੰਮ ਬਹੁਤ ਜ਼ਿਆਦਾ ਰਹਿਣਾ ਮੈਨੂੰ ਲੱਗਦਾ। ਬਿਲਕੁਲ ਜੀ, ਟਿਕਟਾਂ ਨਾਲੋਂ ਤਾਂ ਸਾਹਿਬ ਮੈਂ ਇਹਨੂੰ ਇਦਾਂ ਲਾਉਂਗਾ ਕਿ ਟਿਕਟਾਂ ਦਾ ਚਲੋ ਆਪਾਂ ਉਹਨੂੰ ਪਾਸੇ ਰੱਖੀਏ, ਸਾਨੂੰ ਇਹ ਤਿਉਹਾਰ ਹੁੰਦੇ ਆ ਖੁਸ਼ੀ ਖੇੜੇ ਮਾਣਨ ਲਈ, ਤੇ ਖੁਸ਼ੀਆਂ ਆਪਾਂ ਤਾਂ ਹੀ ਮਾਣ ਸਕਦੇ ਹਾਂ ਜੇ ਅਸੀਂ ਸਾਰੇ ਤੰਦਰੁਸਤ ਆ, ਸਾਡੇ ਸਾਰੇ ਪਰਿਵਾਰ, ਸਾਡੇ ਸਾਰੇ ਸੱਜਣ ਮਿੱਤਰ ਜਿਹੜੇ ਉਹ ਤੰਦਰੁਸਤ ਆ ਜੀ ਭਾਜੀ, ਤੇ ਮਿਲ ਕੇ ਤਾਂ ਅਸੀਂ ਕਰੋਨਾ ਤੋਂ ਬਾਅਦ ਜਦੋਂ ਮਰਜ਼ੀ ਪੈ ਲਾਂਗੇ। ਹਾਂ ਮਿਲ ਸਕਦੇ, ਬਿਲਕੁਲ ਮਿਲ ਸਕਦੇ। ਤੰਦਰੁਸਤੀ ਜਿਹੜੀ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੀ ਗਾਈਡਲਾਈਨ ਦਿੱਤੀ ਗਈ ਆ ਸਿਹਤ ਵਿਭਾਗ ਦੀ, ਹਾਂਜੀ, ਤੇ ਜਾਂ ਭਾਜੀ ਆਪਣੇ ਗਵਰਨਮੈਂਟ ਨੇ ਕਿਹਾ ਲਾ, ਹਾਂਜੀ ਹਾਂਜੀ, ਉਹਦਾ ਧਿਆਨ ਜ਼ਰੂਰ ਰੱਖੋ। ਡਿਸਟੈਂਸ, ਮਾਸਕ ਵਗੈਰਾ, ਹੱਥ ਕਲੀਨ ਕਰਨੇ ਜੋ ਵੀ ਆ ਨਾ ਜੀ, ਤੇ ਉਹ ਜ਼ਰੂਰ ਕਰਿਓ, ਸਾਡੀ ਬੇਨਤੀ ਆ ਤੁਹਾਨੂੰ। ਲੇਕਿਨ ਬਚਾਅ ਰੱਖੋ ਆਪਣਾ ਵੀ ਆਪਣਿਆਂ ਦਾ ਵੀ, ਕਿਉਂਕਿ ਬਹੁਤ ਲੋੜ ਹੈ ਇੱਕ ਦੂਜੇ ਦੀ। ਬਿਲਕੁਲ ਜੀ ਬਿਲਕੁਲ, ਇੱਕ ਦੂਜੇ ਦੀ ਪਰਿਵਾਰ ਤੁਹਾਡਾ ਸੰਸਾਰ ਹੈ। ਹਾਂ, ਮੈਂ ਰੋਜ਼ ਇਹ ਗੱਲ ਕਹਿਣਾ, ਤੇ ਸਾਨੂੰ ਆਪਣੇ ਪਰਿਵਾਰ ਦੀ ਤੇ ਆਪਣੇ ਸੰਸਾਰ ਦੀ ਜਿਹੜੀ ਆ ਉਹ ਸਾਨੂੰ ਸਭ ਤੋਂ ਜ਼ਿਆਦਾ ਫਿਕਰ ਵੀ ਆ, ਤੇ ਹੋਣੀ ਵੀ ਚਾਹੀਦੀ ਆ, ਜ਼ਰੂਰੀ ਆ ਜੀ, ਤੇ ਜ਼ਰੂਰੀ ਵੀ ਆ। ਤੇ ਹੁਣ ਆਪਾਂ ਧੰਨਵਾਦ ਕਰਦੇ ਆ ਜੀ ਬਿਜ਼ਨਸਮੈਨ ਵੀਰਾਂ ਦਾ, ਭੈਣਾਂ ਦਾ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਅਸੀਂ ਕਰਦੇ ਆ। ਹਾਂਜੀ, ਕਈ ਵਾਰੀ ਗੱਲ ਕਰਦਿਆਂ ਨੂੰ ਸਾਨੂੰ ਹੋ ਸਕਦਾ ਕੋਈ ਲਫ਼ਜ਼ ਅੱਗੇ ਪਿੱਛੇ ਕਹਿ ਬੋਲ ਹੋ ਜਾਂਦਾ ਹੋਵੇ, ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਆ। ਬਿਲਕੁਲ ਜੀ, ਠੀਕ ਹੈ ਨਾ ਜੀ, ਕਿਉਂਕਿ ਕੋਈ ਐਡੇ ਅਸੀਂ ਬਾਹਲੇ ਟ੍ਰੇਨਡ ਨਹੀਂਗੇ, ਇੰਨੇ ਸਾਡਾ ਕੋਈ ਐਕਸਪੀਰੀਅੰਸ ਨਹੀਂ। ਹਾਂਜੀ, ਹੌਲੀ ਹੌਲੀ ਅਸੀਂ ਸਿੱਖ ਰਹੇ ਆ ਵੀ ਕਿੱਦਾਂ ਸਿਸਟਮ ਨਾਲ ਚੱਲਣਾ ਚਾਹੀਦਾ। ਬਿਲਕੁਲ ਜੀ, ਠੀਕ ਹੈ ਨਾ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਾਫੀ ਪ੍ਰੋਗਰਾਮ ਦੇ ਵਿੱਚ ਹੋਰ ਸੁਧਾਰ ਵੀ ਲਿਆਵਾਂਗੇ। ਨਵੇਂ ਸਾਲ ਦੇ ਵਿੱਚ ਨਵੀਂ ਸਵੇਰ ਦੇ ਨਾਲ ਨਵੀਂ ਸ਼ੁਰੂਆਤ ਕਰਾਂਗੇ। ਬਿਲਕੁਲ, ਜਦ ਤੱਕ ਇਹ ਰੂਟੀਨ 'ਚ ਇਹੀ ਪ੍ਰੋਗਰਾਮ ਚੱਲੀ ਜਾਣਗੇ, ਨਵੇਂ ਸਾਲ ਤੋਂ ਥੋੜਾ ਜਿਹਾ ਪ੍ਰੋਗਰਾਮ ਦੇ ਵਿੱਚ ਅਸੀਂ ਤਬਦੀਲੀ ਕਰਾਂਗੇ, ਤੇ ਉਹ ਫਿਰ ਤੁਹਾਨੂੰ ਮੌਕੇ ਤੇ ਦੱਸ ਦਿਆਂਗੇ ਵੀ ਅਸੀਂ ਕਿਹੜੇ ਕਿਹੜੇ ਪ੍ਰੋਗਰਾਮ ਹੋਰ ਲੈ ਕੇ ਆਵਾਂਗੇ। ਹਾਂਜੀ, ਠੀਕ ਹੈ ਜੀ। ਤੇ ਜਾਤੇ ਜੀ ਕਰੀਏ ਗੱਲਬਾਤ, ਫਿਰ ਆਪਾਂ ਸਮਾਪਤੀ ਦੀ ਹੁਣ ਹੈ। ਜਾਣ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਸਾਹਿਬ, ਹਾਂਜੀ, ਵੀ ਸਾਡੀ ਸਾਰੀ ਏਸ਼ੀਆ ਟੀਵੀ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਕ੍ਰਿਸਮਸ ਜਿਹੜੀ ਆ, ਮੈਰੀ ਕ੍ਰਿਸਮਸ, ਬਹੁਤ ਬਹੁਤ ਵਧਾਈਆਂ ਜੀ। ਹਾਂਜੀ, ਤੇ ਆਪਾਂ ਹੁਣ ਫਤਿਹ ਬੁਲਾਈਏ। ਹਾਂ ਬਿਲਕੁਲ ਜੀ, ਖੁਸ਼ ਰਿਹਾ ਕਰੋ, ਹੋਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਕੱਲ ਤੱਕ ਤੁਹਾਡਾ ਸਾਡਾ ਰੱਬ ਰਾਖਾ। ਕੱਲ ਨੂੰ ਫੇਰ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਨਾਲ। ਠੀਕ ਹੈ ਜੀ, ਸਤਿ ਸ੍ਰੀ ਅਕਾਲ।